ਆਪਣਾ ਘਰ। ਲੇਖਕ ਮਨਦੀਪ ਰਿੰਪੀ। ਉਹ ਆਪਣੀ 7 ਕੁ ਸਾਲ ਦੀ ਧੀ ਨਾਲ ਬੱਸ ਸਟੈਂਡ ਤੇ ਬੈਠੀ ਉਦਾਸੀ ਭਰੀਆਂ ਅੱਖਾਂ ਨਾਲ ਇੱਧਰ ਉੱਧਰ ਵੇਖੀ ਜਾ ਰਹੀ ਹੈ। ਉਸਨੇ ਕੱਪੜਿਆਂ ਦਾ ਤੁੰਨ ਕੇ ਭਰਿਆ ਹੋਇਆ ਬੈਗ ਚੁੱਕਿਆ ਹੋਇਆ ਹੈ। ਜਿਵੇਂ ਬੱਸਾਂ ਆ ਜਾ ਰਹੀਆਂ ਨੇ ਉਵੇਂ ਹੀ ਉਸਦੇ ਮਨ ਅੰਦਰ ਹਨੇਰੀਆਂ ਝੁੱਲ ਰਹੀਆਂ ਹਨ, ਸੋਚਾਂ ਦੀਆਂ ਹਨੇਰੀਆਂ। ਉਸਦੀਆਂ ਅੱਖਾਂ ਵੀ ਚਾਰ ਚੁਫੇਰੇ ਇੰਜ ਘੁੰਮਦੀਆਂ ਨਜ਼ਰ ਆ ਰਹੀਆਂ ਨੇ, ਜਿਵੇਂ ਬੱਸ ਸਟੈਂਡ ਦੀ ਭੀੜ ਵਿੱਚੋਂ ਕਿਸੇ ਨੂੰ ਲੱਭ ਰਹੀਆਂ ਹੋਣ। ਉਸਦੀ ਸੋਚ ਵੀ ਉਸ ਨਾਲ ਅਜਬ ਖੇਡ ਰਹੀ ਹੈ। ਉਹ ਕਦੇ ਆਪਣੇ ਮੋਬਾਈਲ ਤੇ ਮੈਸੇਜ ਚੈੱਕ ਕਰਦੀ ਹੈ ਅਤੇ ਕਦੇ ਵਾਰ-ਵਾਰ ਫੋਨ ਵੱਲ ਵੇਖਦੀ ਹੈ। ਖਬਰੇ ਕੋਈ ਉਸਨੂੰ ਫੋਨ ਕਰਕੇ ਪੂਰੇ ਹੱਕ ਨਾਲ ਇੱਥੇ ਹੀ ਰੁਕਣ ਲਈ ਕਹੇ, ਚੱਲੀਏ, ਚੱਲ ਆਪਣੇ ਘਰ। ਆਪਣਾ ਘਰ ਵੀ ਕੋਈ ਛੱਡ ਕੇ ਜਾਂਦਾ? ਚੱਲ, ਏਦਾਂ ਨਹੀਂ ਕਰੀਦਾ। 2-3 ਘੰਟੇ ਉੱਥੇ ਬੈਠਣ ਦੇ ਬਾਅਦ ਹੁਣ ਉਸਨੂੰ ਇੰਜ ਲੱਗ ਰਿਹਾ ਹੈ ਜਿਵੇਂ ਸਾਰੀ ਭੀੜ ਉਸ ਵੱਲ ਘੂਰਦੀ ਤੇ ਪੁੱਛ ਰਹੀ ਹੋਵੇ, ਤੂੰ ਇੰਨੀ ਦੇਰ ਤੋਂ ਇੱਥੇ ਕਿਉਂ ਬੈਠੀ ਹੈ? ਤੇਰਾ ਘਰ ਕਿੱਥੇ ਹੈ? ਕੀ ਤੇਰਾ ਕੋਈ ਘਰ ਨਹੀਂ? ਕੀ ਗੱਲ? ਅਜਿਹੇ ਸਵਾਲ ਹੁਣ ਉਸਦੇ ਮਨ ਅੰਦਰ ਸਿਰ ਚੁੱਕਣ ਲੱਗੇ। ਕਦੇ ਉਸਦਾ ਦਿਲ ਕਰੇ ਕਿ ਉਹ ਕਿਸੇ ਬੱਸ ਥੱਲੇ ਆ ਕੇ ਮਰ ਜਾਵੇ, ਪਰ ਫਿਰ ਸੋਚਦੀ ਹੈ ਕਿ ਉਸਦੀ ਧੀ ਦਾ ਕੀ ਹੋਵੇਗਾ। ਉਸ ਵਿਚਾਰੀ ਨੇ ਅਜੇ ਕੀ ਵੇਖਿਆ? ਉਹ ਆਪਣੇ ਜਜ਼ਬਾਤ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਉਸਦੀ ਧੀ ਕਦੇ ਆਪਣੀ ਮਾਂ ਵੱਲ ਵੇਖਦੀ ਹੈ ਤੇ ਕਦੇ ਆਉਂਦੀਆਂ ਜਾਂਦੀਆਂ ਬੱਸਾਂ ਦੀ ਗਿਣਤੀ ਕਰਦਿਆਂ ਪੁੱਛਦੀ ਹੈ, ਮੰਮੀ, ਬੱਸ ਕਦੋਂ ਆਵੇਗੀ? ਆਉਣ ਵਾਲੀ ਹੈ। ਉਹ ਆਪਣੀ ਧੀ ਦੇ ਮਾਸੂਮ ਚਿਹਰੇ ਤੇ ਟਿਕਟਿਕੀ ਲਗਾ ਕੇ ਵੇਖਦੀ ਹੈ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਉਹ ਵੀ ਪੁੱਛ ਰਹੀ ਹੋਵੇ, ਮਾਂ, ਆਪਾਂ ਇੰਨੀ ਦੇਰ ਤੋਂ ਇੱਥੇ ਕਿਉਂ ਬੈਠੀਆਂ? ਇੰਨੇ ਚਿਰ ਨੂੰ ਇੱਕ ਬੱਸ ਆਉਂਦੀ ਹੈ ਤੇ ਉਹ ਆਪਣੀ ਧੀ ਸਮੇਤ ਉਸ ਬੱਸ ਵਿੱਚ ਚੜ ਜਾਂਦੀ ਹੈ। ਬੱਸ ਰਫ਼ਤਾਰ ਫੜ ਲੈਂਦੀ ਹੈ ਤੇ ਉਸਦੀਆਂ ਸੋਚਾਂ ਵੀ। ਥੋੜੀ ਦੇਰ ਬਾਅਦ ਕੰਡਕਟਰ ਟਿਕਟ ਕਟਵਾਉਣ ਲਈ ਪੁੱਛਦਾ ਹੈ ਤਾਂ ਬਹੁਤ ਮੱਧਮ ਆਵਾਜ਼ ਵਿੱਚ ਪਟਿਆਲਾ ਆਖਦੀ ਹੈ। ਜਦੋਂ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਚਿਹਰਿਆਂ ਵੱਲ ਵੇਖਦੀ ਹੈ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਸਾਰੀਆਂ ਅੱਖਾਂ ਉਸਨੂੰ ਘੂਰ ਰਹੀਆਂ ਹੋਣ। ਉਸਦੀ ਧੀ ਉਸ ਕੋਲ ਬੈਠੀ ਤਾਕੀ ਵਿੱਚੋਂ ਬਾਹਰ ਦੇ ਦ੍ਰਿਸ਼ ਵੇਖ ਰਹੀ ਹੈ। ਉਹ ਆਪਣੀ ਮਾਂ ਨੂੰ ਕੁਝ ਨਾ ਕੁਝ ਪੁੱਛੀ ਜਾ ਰਹੀ ਹੈ। ਜਦੋਂ ਉਹ ਕੁਝ ਵੀ ਪੁੱਛਦੀ ਹੈ ਤਾਂ ਪ੍ਰੀਤੀ ਦੀਆਂ ਸੋਚਾਂ ਦੀ ਲੜੀ ਟੁੱਟ ਜਾਂਦੀ ਹੈ। ਪ੍ਰੀਤੀ ਇੰਜ ਖਿੱਚ ਜਾਂਦੀ ਹੈ, ਉਸਦੇ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ ਕਿ ਉਸਦੀ ਧੀ ਵਾਰ-ਵਾਰ ਉਸਦੀਆਂ ਸੋਚਾਂ ਦੀਆਂ ਤੰਦਾਂ ਨੂੰ ਕਿਉਂ ਤੋੜੀ ਜਾ ਰਹੀ ਹੈ। ਉਸਦੇ ਸਾਹਮਣੇ ਇੱਕ ਨਵੀਂ ਸੋਚ ਖੜੀ ਹੈ ਕਿ ਉਹ ਪੇਕੇ ਘਰ ਜਾ ਕੇ ਕੀ ਕਹੇਗੀ ਕਿ ਉਹ ਕਿਉਂ ਆਈ ਹੈ। ਉਸਦੇ ਪਤੀ ਤੇ ਉਸਦੀ ਸੱਸ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ। ਉਸਦੇ ਬਾਪ ਤੇ ਕੀ ਬੀਤੇਗੀ? ਉਸਦੀ ਦਾਦੀ ਨੇ ਤਾਂ ਉਸਦੀ ਮਾਂ ਦਾ ਜਿਉਣਾ ਹੀ ਮੁਹਾਲ ਕਰ ਦੇਣਾ। ਉਹ ਤਾਂ ਪਹਿਲਾਂ ਹੀ ਮੇਰੀ ਮਾਂ ਨੂੰ ਨਹੀਂ ਚੱਲਦੀ। ਛੋਟੀ ਭੈਣ ਵੀ ਵਿਆਹੁਣ ਨੂੰ ਪਈ ਹੈ। ਮਸਾਂ ਤਾਂ ਮਾਪਿਆਂ ਨੇ ਕਰਜ਼ਈ ਹੋ ਕੇ ਮੇਰਾ ਵਿਆਹ ਕੀਤਾ ਤੇ ਹੁਣ। ਥੋੜੀ ਦੇਰ ਬਾਅਦ ਉਹ ਆਪਣੇ ਛੋਟੇ ਭਰਾ ਨੂੰ ਫੋਨ ਕਰਦੀ ਹੈ, ਹੈਲੋ ਟਿੰਕੂ, ਮੈਂ ਪਟਿਆਲੇ ਆ ਰਹੀ ਹਾਂ, ਮੈਨੂੰ ਬੱਸ ਸਟੈਂਡ ਤੋਂ ਲੈ ਜਾਵੀਂ। ਬੱਸ ਵਿੱਚ ਬੈਠੀ ਫਿਰ ਤੋਂ ਆਪਣੀਆਂ ਯਾਦਾਂ ਦੇ ਘੋੜੇ ਤੇ ਸਵਾਰ ਹੋ ਜਾਂਦੀ ਹੈ। ਕਿੰਨੇ ਲਾਡਾਂ ਨਾਲ ਮਾਪਿਆਂ ਨੇ ਪਾਲਿਆ। ਭਾਵੇਂ ਅਸੀਂ 3 ਭੈਣਾਂ ਹਾਂ, ਪਰ ਫਿਰ ਵੀ ਮੰਮੀ ਪਾਪਾ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਸਾਨੂੰ ਵੇਖ ਕੇ। ਉਸਨੇ ਹਾਲੇ 12ਵੀਂ ਪਾਸ ਹੀ ਕੀਤੀ ਸੀ ਕਿ ਉਸਦੇ ਰਿਸ਼ਤੇਦਾਰਾਂ ਨੇ ਉਸਦੇ ਵਿਆਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਆਖੇ ਵੱਡੀ ਕਬੀਲਦਾਰੀ ਹੈ, ਕੁਝ ਭਾਰ ਹਲਕਾ ਹੋ ਜੂ। ਉਸਦੇ ਪਿਤਾ ਭਾਵੇਂ ਉਸਨੂੰ ਅੱਗੇ ਪੜਾਉਣਾ ਚਾਹੁੰਦੇ ਸਨ, ਪਰ ਘਰ ਦੀ ਮਾਲੀ ਹਾਲਤ ਬਹੁਤ ਵਧੀਆ ਨਾ ਹੋਣ ਕਾਰਨ ਉਸਦੀਆਂ ਦਾਦੀ ਦੀਆਂ ਦਲੀਲਾਂ ਅੱਗੇ ਉਸਦੀ ਤੇ ਉਸਦੇ ਮਾਪਿਆਂ ਦੀ ਇੱਕ ਨਾ ਚੱਲੀ। ਉਸਦੇ ਗੁਆਂਢ ਵਿੱਚ ਰਹਿੰਦੀ ਇੱਕ ਕੁੜੀ ਨੇ ਚੁੱਪਚਾਪ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਕਾਰਨ ਉਸਦੀ ਦਾਦੀ ਨੇ ਘਰ ਸਿਰ ਤੇ ਚੁੱਕ ਲਿਆ। ਗੱਲ ਤੇ ਉਸਨੂੰ ਕਹਿੰਦੀ, ਮੇਰੇ ਧੋਲੇ ਝਾਟੇ ਦਾ ਖਿਆਲ ਰੱਖੀ, ਦੇਖੀ ਉਂਝ ਨਾ ਕਿਧਰੇ ਲਾਡੋ ਵਾਂਗ ਸਾਡੀ ਇੱਜ਼ਤ ਰੋਲ ਕੇ ਧਰ ਦੇ। ਆਪਣੇ ਪਿਓ ਤੇ ਭਰਾ ਨੂੰ ਜਿਉਣ ਜੋਗਾ ਰਹਿਣ ਦੇ। ਦਾਦੀ ਦੀਆਂ ਇਹਨਾਂ ਗੱਲਾਂ ਦਾ ਮੰਮੀ ਪਾਪਾ ਨੂੰ ਬਹੁਤ ਦੁੱਖ ਹੁੰਦਾ। ਭਾਵੇਂ ਉਹ ਦਾਦੀ ਨੂੰ ਬਹੁਤ ਸਮਝਾਉਂਦੇ ਕਿ ਸਾਨੂੰ ਆਪਣੀ ਧੀ ਤੇ ਪੂਰਾ ਭਰੋਸਾ ਹੈ, ਪਰ ਫਿਰ ਵੀ ਉਹ ਬਦਲਦੇ ਸਮੇਂ ਦੇ ਹਾਲਾਤ ਨੂੰ ਵੇਖ ਕੇ ਅੰਦਰੋਂ ਅੰਦਰ ਹੀ ਡਰਦੇ ਰਹਿੰਦੇ। ਉਸਦੀ ਚਾਚੀ ਨੇ ਉਸਦਾ ਸਾਕ ਆਪਣੇ ਪੇਕਿਆਂ ਵਿੱਚ ਹੀ ਰਿਸ਼ਤੇ ਵਿੱਚ ਆਪਣੇ ਭਤੀਜੇ ਨਾਲ ਕਰਾ ਦਿੱਤਾ। ਮੁੰਡਾ ਇੱਕ ਫੈਕਟਰੀ ਵਿੱਚ ਪੱਕਾ ਮੁਲਾਜ਼ਮ ਸੀ, ਘਰ-ਬਾਰ ਵੀ ਚੰਗਾ, 2 ਭੈਣ ਭਰਾ ਸਨ, ਛੋਟਾ ਜਿਹਾ ਪਰਿਵਾਰ ਸੀ, ਦਾਜ ਦੀ ਵੀ ਕੋਈ ਮੰਗ ਨਹੀਂ। ਉਸਦੇ ਪਿਤਾ ਦਾ ਭਾਵੇਂ ਹੱਥ ਤੰਗ ਸੀ, ਪਰ ਉਸਦੀ ਦਾਦੀ ਤੇ ਤਾਇਆ ਚਾਚਿਆਂ ਦੇ ਜ਼ੋਰ ਪਾਉਣ ਤੇ ਉਸਦੇ ਪਿਤਾ ਨੂੰ ਵਿਆਹ ਲਈ ਹਾਮੀ ਭਰਨੀ ਹੀ ਪਈ। ਉਸਦੇ ਪਿਤਾ ਨੇ ਵਿਆਹ ਲਈ ਪੈਸੇ ਵੀ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲਏ ਅਤੇ ਵਿਆਜ ਤੇ ਵੀ ਪੈਸੇ ਫੜੇ। ਆਪਣੀ ਹੈਸੀਅਤ ਤੋਂ ਵੱਧ ਖਰਚ ਕਰਕੇ ਵਿਆਹ ਕੀਤਾ। ਵਿਆਹ ਤੋਂ ਪਹਿਲਾਂ ਤਾਂ ਸੱਸ ਬੜੀ ਮਿੱਠੀ ਬਣਦੀ ਸੀ, ਪਰ ਵਿਆਹ ਤੋਂ ਬਾਅਦ ਇੱਕਦਮ ਜਿਵੇਂ ਕੌੜਾ ਅੱਖ। ਗੱਲ ਤੇ ਮਿਹਣੇ, ਤੇਰੇ ਬਾਪ ਕੋਲੋਂ ਕੁਝ ਨਹੀਂ ਸਰਿਆ ਤੇਰੇ ਲਈ?
ਅਨਪੜ੍ਹ ਗਵਾਰ ਚੁੱਕ ਕੇ ਸਾਡੇ ਮੱਥੇ ਮਾਰੀ। ਅਜੇ ਤਾਂ ਨੌਕਰੀ ਕਰਦੀ ਕੁੜੀ ਲੈਣੀ ਸੀ। ਉਹ ਤਾਂ ਤੇਰੀ ਚਾਚੀ ਸੀ ਜਿਹੜੀ ਮੇਰੇ ਖਹਿੜੇ ਪੈ ਗਈ ਰਿਸ਼ਤੇ ਲਈ, ਵਰਨਾ ਮੇਰੇ ਪੁੱਤ ਨੂੰ ਕੋਈ ਘਾਟਾ ਸੀ ਰਿਸ਼ਤਿਆਂ ਦਾ। ਪ੍ਰੀਤੀ ਜਿਹੜੇ ਕੱਪੜੇ ਆਪਣੀ ਸੱਸ, ਨੰਦ ਅਤੇ ਪਤੀ ਲਈ ਲੈ ਕੇ ਆਈ ਸੀ, ਉਹ ਵੀ ਉਹਨਾਂ ਦੇ ਨੱਕ ਹੇਠ ਨਹੀਂ ਸਨ ਆਏ। ਸੱਸ ਨੇ ਕਿਹਾ, ਗੱਲ ਸੁਣ ਮੇਰੀ, ਆ ਲੀਰਾਂ ਕਚੀਰਾਂ ਜੀਆਂ ਅਸੀਂ ਨਹੀਂ ਪਾਉਂਦੇ, ਮੋੜ ਕੇ ਲੈ ਜਾ ਵਾਪਸ। ਤੇਰੀ ਮਾਂ ਤੇ ਤੇਰੀ ਭੈਣ ਦੇ ਕੰਮ ਆਉਣਗੀਆਂ। ਨਾਲੇ ਮੇਰਾ ਸੋਨੂੰ ਤਾਂ ਬ੍ਰਾਂਡਡ ਕੱਪੜੇ ਪਾਉਂਦਾ, ਸਾਨੂੰ ਤਾਂ ਲੀਰਾਂ ਕਚੀਰਾਂ ਦਿੱਤੀਆਂ, ਆਪਣੇ ਜਵਾਈ ਨੂੰ ਤਾਂ ਚੱਜ ਦੇ ਦਿੰਦੇ। ਪ੍ਰੀਤੀ ਨੇ ਆਖਿਆ, ਮੰਮੀ ਜੀ, ਮੈਂ ਮੰਮੀ ਪਾਪਾ ਨੂੰ ਆ ਕੇ ਹੋਰ ਕੱਪੜੇ ਮੰਗਵਾ ਦਿਆਂਗੀ, ਪਰ ਤੁਸੀਂ ਵਾਰ-ਵਾਰ ਮੇਰੇ ਮੰਮੀ ਪਾਪਾ ਬਾਰੇ ਕੁਝ ਨਾ ਆਖੋ। ਪ੍ਰੀਤੀ ਨੇ ਜਦੋਂ ਆਪਣੀ ਚਾਚੀ ਨਾਲ ਗੱਲ ਕੀਤੀ ਤਾਂ ਉਸਦੀ ਚਾਚੀ ਨੇ ਗੱਲਾਂ-ਗੱਲਾਂ ਵਿੱਚ ਪ੍ਰੀਤੀ ਦੇ ਮੰਮੀ ਪਾਪਾ ਨੂੰ ਹੋਰ ਵਧੀਆ ਤੇ ਮਹਿੰਗੇ ਕੱਪੜੇ ਦੇਣ ਲਈ ਰਾਜ਼ੀ ਕਰ ਹੀ ਲਿਆ। ਸੱਸ ਅਤੇ ਨੰਦ ਹਰ ਵੇਲੇ ਪ੍ਰੀਤੀ ਨੂੰ ਟੋਕਾ-ਟਾਕੀ ਕਰਦੀਆਂ ਰਹਿੰਦੀਆਂ। ਤੈਨੂੰ ਤਾਂ ਚੱਜ ਨਾਲ ਤਿਆਰ ਵੀ ਨਹੀਂ ਹੋਣਾ ਆਉਂਦਾ। ਆ ਗੁੱਤ ਜੀ ਕੀ ਕੀਤੀ ਹੈ? ਜੂੜਾ ਕਰ ਲਿਆ ਚੱਜ ਦਾ? ਥੋੜਾ ਉੱਚਾ ਜਿਹਾ ਗਰਦਨ ਹੇਠਾਂ ਨੂੰ ਸੁੱਟੀ ਰੱਖਦੀ ਹੈ, ਜਰਾ ਉੱਪਰ ਨੂੰ ਰੱਖਿਆ ਕਰ। ਗਲੀ ਮਹੱਲੇ ਦੀਆਂ ਜਨਾਨੀਆਂ ਤੈਨੂੰ ਵੇਖਣ ਆ ਰਹੀਆਂ, ਚੱਜ ਨਾਲ ਬੈਠੀ। ਪ੍ਰੀਤੀ ਜਿਵੇਂ ਕਿਸੇ ਪਿੰਜਰੇ ਵਿੱਚ ਕੈਦ ਹੋ ਕੇ ਰਹਿ ਗਈ ਹੋਵੇ। ਸੋਨੂੰ ਵੀ ਹਰ ਗੱਲ ਵਿੱਚ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ। ਪ੍ਰੀਤੀ ਦੀ ਤਾਂ ਭੋਰਾ ਪਰ ਵੀ ਪਰਵਾਹ ਨਹੀਂ ਸੀ ਕਿਸੇ ਨੂੰ। ਪ੍ਰੀਤੀ ਦੀ ਨੰਦ ਰਾਣੀ ਜੋ ਕਾਲਜ ਵਿੱਚ ਪੜ੍ਹਦੀ ਸੀ, ਪ੍ਰੀਤੀ ਦੀ ਹਰ ਗੱਲ, ਹਰ ਕੰਮ ਵਿੱਚ ਨਗੋਚਾਂ ਕੱਢਦੀ। ਜੇ ਪ੍ਰੀਤੀ ਕੋਈ ਜਵਾਬ ਦਿੰਦੀ ਤਾਂ ਆਪਣੀ ਮਾਂ ਤੋਂ ਖਰੀਆਂ ਖੋਟੀਆਂ ਸੁਣਵਾਉਂਦੀ। ਪ੍ਰੀਤੀ ਉਸ ਪਰਿਵਾਰ ਵਿੱਚ ਆਪਣੇ ਆਪ ਨੂੰ ਇੱਕ ਅਣਚਾਹਿਆ ਮੈਂਬਰ ਮਹਿਸੂਸ ਕਰਨ ਲੱਗੀ। ਸੋਨੂੰ ਭਾਵੇਂ ਇਕੱਲੇ ਵਿੱਚ ਪ੍ਰੀਤੀ ਨਾਲ ਬਹੁਤ ਵਧੀਆ ਵਰਤਾਓ ਕਰਦਾ, ਪਰ ਆਪਣੀ ਮਾਂ ਸਾਹਮਣੇ ਹਮੇਸ਼ਾ ਉਸ ਨਾਲ ਰੁੱਖਾ ਹੀ ਬੋਲਦਾ। ਹਾਂ, ਸੱਚ ਬੋਲਣਾ ਕੀ, ਬੋਲਣ ਤੋਂ ਬਹੁਤ ਕਤਰਾਉਂਦਾ। ਜੇ ਕਦੇ ਇਕੱਠੇ ਬੈਠ ਕੇ ਕੋਈ ਗੱਲ ਵੀ ਕਰਦੇ ਤਾਂ ਸੱਸ, ਸ਼ਰਮ ਕਰੋ, ਘਰ ਵਿੱਚ ਜਵਾਨ ਕੁੜੀ ਵੀ ਵੇਖ ਲਿਆ ਕਰੋ, ਉਸ ਤੇ ਕੀ ਅਸਰ ਹੋਏਗਾ। ਅਜਿਹੀਆਂ ਗੱਲਾਂ ਨਾਲ ਉਹਨਾਂ ਦੇ ਮਨ ਦੇ ਬਲਬਲੇ ਸੜ ਜਾਂਦੇ। ਹੁਣ ਸੱਸ ਸਾਹਮਣੇ ਇੱਕ ਦੂਜੇ ਸਾਹਮਣੇ ਹੁਣ ਤੋਂ ਵੀ ਝਿਜਕਦੇ। ਅਚਾਨਕ ਬੱਸ ਦੇ ਬ੍ਰੇਕ ਲੱਗੇ ਤੇ ਪ੍ਰੀਤੀ ਜਦੋਂ ਬੱਸ 'ਚ ਉਤਰੀ ਤਾਂ ਉਸਦਾ ਭਰਾ ਟਿੰਕੂ ਪਹਿਲਾਂ ਹੀ ਬੱਸ ਸਟੈਂਡ ਤੇ ਖੜਾ ਉਸ ਨੂੰ ਉਡੀਕ ਰਿਹਾ ਸੀ। ਉਹ ਆਪਣੀ ਵੱਡੀ ਭੈਣ ਤੇ ਭਾਣਜੀ ਨੂੰ ਬੜੇ ਚਾਅ ਨਾਲ ਮਿਲਿਆ। ਜਦੋਂ ਉਹ ਐਕਟਿਵਾ ਤੇ ਬੈਠੀ ਤਾਂ ਉਸਦੀਆਂ ਸੋਚਾਂ ਨੇ ਫਿਰ ਪਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਹਾਏ, ਮੈਂ ਕੀ ਦੱਸਾਂਗੀ ਘਰਦਿਆਂ ਨੂੰ, ਮੰਮੀ ਪਾਪਾ ਤੇ ਤਾਂ ਪਹਿਲਾਂ ਹੀ 2 ਧੀਆਂ ਦਾ ਬੋਝ ਹੈ। ਟਿੰਕੂ ਨੂੰ ਵੀ ਕਿਧਰੇ ਸੈੱਟ ਕਰਨਾ ਹੈ ਤੇ ਹੁਣ ਮੈਂ ਵੀ। ਸੋਚਾਂ ਦੀ ਲੜੀ ਫਿਰ ਟੁੱਟੀ ਜਦੋਂ ਟਿੰਕੂ ਨੇ ਘਰ ਦੇ ਗੇਟ ਮੂਹਰੇ ਬ੍ਰੇਕ ਮਾਰੇ। ਹੁਣ ਤਾਂ ਉਹ ਮਨ ਹੀ ਮਨ ਵਿੱਚ ਮਿੱਥ ਚੁੱਕੀ ਸੀ ਕਿ ਮੁੜ ਕਦੇ ਉਸ ਘਰ ਪੈਰ ਨਹੀਂ ਪਾਏਗੀ। ਉੱਥੇ ਉਸਦੀ ਡੋਲੀ ਜ਼ਰੂਰ ਗਈ ਸੀ, ਪਰ ਅਰਥੀ ਉੱਥੋਂ ਨਹੀਂ ਉੱਠੇਗੀ। ਉਸਦੇ ਉਸ ਘਰ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ ਸਨ। ਉਸਨੇ ਆਪਣੇ ਮਨ ਨੂੰ ਪੱਕਾ ਕਰ ਲਿਆ ਸੀ। ਘਰ ਪਹੁੰਚਣ ਤੇ ਮੰਮੀ ਪਾਪਾ ਤੇ ਭੈਣਾਂ ਸਾਰੇ ਬੜੇ ਪਿਆਰ ਨਾਲ ਮਿਲੇ। ਕਿਸੇ ਨੇ ਕੋਈ ਗੱਲ ਨਾ ਛੇੜੀ ਉਹਦੇ ਆਉਣ ਦੀ, ਪਰ ਦਾਦੀ ਕੁਝ ਘੁੱਟੀ ਆਵਾਜ਼ ਵਿੱਚ ਜ਼ਰੂਰ ਬੋਲੀ, ਕੀ ਅਣਬਣ ਹੋ ਗਈ ਸੋਨੂੰ ਨਾਲ? ਆਦਮੀ ਤੀਵੀਂ ਚ ਕਾਹਦਾ ਰੋਸਾ? ਉਸਦੀ ਮੰਮੀ ਨੇ ਕਿਹਾ, ਜਾਣ ਦਿਓ ਬੀਜੀ, ਅਜੇ ਥੋੜਾ ਆਰਾਮ ਕਰ ਲੈਣ ਦਿਓ, ਫਿਰ ਗੱਲ ਕਰਦੇ ਆਂ। ਪ੍ਰੀਤੀ ਨੇ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ। ਚਾਚੀ ਆਉਂਦਿਆਂ ਹੀ ਬੋਲੀ, ਸੋਨੂੰ ਦਾ ਫੋਨ ਆਇਆ ਸੀ? ਨਿੱਕੀਆਂ ਨਿੱਕੀਆਂ ਗੱਲਾਂ ਤਾਂ ਘਰਾਂ 'ਚ ਆਮ ਹੁੰਦੀਆਂ ਨੇ। ਪ੍ਰੀਤੀ ਦਾ ਮਨ ਨਹੀਂ ਸੀ ਕੁਝ ਵੀ ਕਹਿਣ ਸੁਣਦਾ। ਭਾਵੇਂ ਉਹ ਉਹਨਾਂ ਕੋਲ ਹੀ ਬੈਠੀ ਹੈ, ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਅਣਸੁਣੀਆਂ ਕਰ ਰਹੀ ਹੈ। ਉਹ ਦਿਮਾਗੀ ਤੌਰ ਤੇ ਉੱਥੇ ਮੌਜੂਦ ਨਾ ਹੋ ਕੇ ਆਪਣੀਆਂ ਸੋਚਾਂ ਦੀਆਂ ਘੁੰਮਣ ਘੇਰੀਆਂ ਵਿੱਚ ਹੀ ਗੁਆਚੀ ਹੋਈ ਹੈ। ਸ਼ਾਮ ਵੇਲੇ ਜਦੋਂ ਪ੍ਰੀਤੀ ਦੇ ਪਾਪਾ ਘਰ ਆਏ, ਉਹ ਵੀ ਖਾਮੋਸ਼ ਜਿਹੇ ਹਨ। ਭਾਵੇਂ ਉਹ ਚੁੱਪ ਹਨ, ਪਰ ਉਹਨਾਂ ਦੇ ਚਿਹਰੇ ਦੀ ਉਦਾਸੀ ਪ੍ਰੀਤੀ ਨੂੰ ਸਵਾਲਾਂ ਦੇ ਜਾਲ ਵਿੱਚ ਉਲਝਾ ਰਹੀ ਪ੍ਰਤੀਤ ਹੁੰਦੀ ਹੈ। ਬਿਨਾਂ ਕੁਝ ਪੁੱਛੇ ਹੀ ਪਾਪਾ ਦੀ ਤੱਕਣੀ ਨੇ ਕਿੰਨਾ ਕੁਝ ਪੁੱਛ ਲਿਆ। ਉਹਨਾਂ ਦਾ ਚਿਹਰਾ ਵੀ ਇੰਜ ਲੱਗ ਰਿਹਾ ਹੈ ਜਿਵੇਂ ਉਹ ਕਹਿ ਰਹੇ ਹੋਣ, ਧੀਆਂ ਤਾਂ ਵਿਆਹ ਤੋਂ ਬਾਅਦ ਸਹੁਰੇ ਘਰ ਹੀ ਜੱਚਦੀਆਂ ਨੇ, ਪੇਕੇ ਤਾਂ ਉਹਨਾਂ ਦਾ ਕਦੇ ਕਦਾਈ ਆਉਣਾ ਹੀ ਚੰਗਾ ਲੱਗਦਾ ਹੈ। ਜਾਤੀਏ, ਸਹੁਰੇ ਘਰ ਵੱਲ ਮੋੜਾ ਪਾ ਲੈ। ਹੁਣ ਪ੍ਰੀਤੀ ਦੀ ਉਹਨਾਂ ਦੇ ਚਿਹਰੇ ਵੱਲ ਵੇਖਣ ਦੀ ਹਿੰਮਤ ਵੀ ਜਵਾਬ ਦੇ ਗਈ ਹੈ। ਖੈਰ, ਥੋੜੇ ਦਿਨ ਤਾਂ ਇਸੇ ਖਿੱਚੋਤਾਣ ਵਿੱਚ ਲੰਘ ਗਏ। ਪ੍ਰੀਤੀ ਦੀ ਮੰਮੀ ਸੋਚਦੀ, ਦਿਲ ਦਾ ਬਾਲ ਹੈ, ਥੋੜੇ ਦਿਨਾਂ ਬਾਅਦ ਆਪੇ ਚਿੱਤ ਠੀਕ ਹੋ ਜਾਊ ਤੇ ਖੁਦ ਕਹੇਗੀ, ਮੈਨੂੰ ਮੇਰੇ ਘਰ ਛੱਡ ਆਓ। ਥੋੜੇ ਦਿਨ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪ੍ਰੀਤੀ ਨੇ ਵਾਪਸ ਜਾਣ ਦੀ ਗੱਲ ਕੀਤੀ ਤੇ ਨਾ ਹੀ ਸੋਨੂੰ ਦਾ ਕੋਈ ਫੋਨ ਆਇਆ। ਘਰ ਵਿੱਚ ਤਣਾਅ ਹੋਰ ਵਧਣ ਲੱਗਾ। ਹੁਣ ਤਾਂ ਆਂਢੀ ਗੁਆਂਢੀ ਵੀ ਪੁੱਛਣ ਲੱਗੇ,
ਕਿੰਨੇ ਦਿਨ ਹੋ ਗਏ ਪ੍ਰੀਤੀ ਨੂੰ ਆਈ ਨੂੰ? ਹੋਰ ਘਰ ਸਭ ਸੁੱਖ ਸਾਂਦ ਆ? ਪ੍ਰੀਤੀ ਮੂੰਹ ਤੇ ਝੂਠੀ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੀ ਤੇ ਆਖਦੀ, ਹਾਂਜੀ ਸਭ ਠੀਕ ਹੈ। ਉਹ ਅੰਦਰੋਂ ਹੀ ਅੰਦਰ ਖਪਦੀ ਕਿ ਲੋਕ ਕਿਉਂ ਪੁੱਛ ਰਹੇ ਨੇ। ਜਦੋਂ ਮਹੀਨਾ ਕੁ ਬੀਤ ਗਿਆ ਤਾਂ ਪ੍ਰੀਤੀ ਦੇ ਪਾਪਾ ਤੇ ਚਾਚੇ ਨੇ ਸੋਨੂ ਨੂੰ ਫੋਨ ਕੀਤਾ। ਅੱਗੋਂ ਸੋਨੂ ਨੇ ਫੋਨ ਆਪਣੀ ਮੰਮੀ ਨੂੰ ਫੜਾ ਦਿੱਤਾ। ਜਦੋਂ ਪ੍ਰੀਤੀ ਦੇ ਪਾਪਾ ਨੇ ਕਿਹਾ, ਪ੍ਰੀਤੀ ਨੂੰ ਲੈ ਜਾਓ, ਤਾਂ ਅੱਗੋਂ ਸੋਨੂ ਦੀ ਮੰਮੀ ਦਾ ਜਵਾਬ ਸੀ, ਜਿਵੇਂ ਗਈ ਆ ਉਵੇਂ ਹੀ ਆ ਜਾਵੇ, ਸਾਨੂੰ ਕਿਹੜਾ ਦੱਸ ਕੇ ਗਈ ਹੈ। ਇਹਨਾਂ ਆਖ ਕੇ ਫੋਨ ਕੱਟ ਦਿੱਤਾ। ਪਾਪਾ ਤੇ ਮੰਮੀ ਨੇ ਪ੍ਰੀਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਸਮਾਨ ਪੈਕ ਕਰੇ, ਉਸ ਨੂੰ ਉਹਦੇ ਸਹੁਰੇ ਘਰ ਛੱਡ ਕੇ ਆਉਣਾ। ਪਰ ਪ੍ਰੀਤੀ ਜਾਣ ਲਈ ਪੂਰਾ ਪਰ ਵੀ ਤਿਆਰ ਨਾ ਹੋਈ। ਪ੍ਰੀਤੀ ਦੀ ਧੀ ਗੁੱਡੂ ਆਖਦੀ ਹੈ, ਮਾਮਾ ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਹੈ। ਪ੍ਰੀਤੀ ਗੁੱਸੇ ਨਾਲ ਇੱਕੋ ਸਾਹ ਬੋਲੀ, ਤੈਨੂੰ ਤੇਰੀ ਮੰਮੀ ਚਾਹੀਦੀ ਹੈ ਕਿ ਪਾਪਾ? ਮੰਮੀ ਵੀ ਤੇ ਪਾਪਾ ਵੀ, ਜਾਂ ਫਿਰ ਕੋਈ ਵੀ ਨਹੀਂ। ਇਹਨਾਂ ਆਖ ਕੇ ਗੁੱਡੂ ਦੀਆਂ ਅੱਖਾਂ ਵਿੱਚੋਂ ਹੰਝੂ ਮੋਤੀਆਂ ਦੀ ਤਰ੍ਹਾਂ ਛਲਕਣ ਲੱਗੇ। ਪ੍ਰੀਤੀ ਉਸ ਨੂੰ ਜੱਫੀ ਵਿੱਚ ਲੈ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਹੈ। ਆਪਣੀ ਧੀ ਦੀ ਗੱਲ ਸੁਣ ਕੇ ਉਸ ਦਾ ਕਲੇਜਾ ਫਟਣ ਨੂੰ ਆਉਂਦਾ ਹੈ। ਉਹ ਦੋਵੇਂ ਮਾਵਾਂ ਧੀਆਂ ਰੋ ਰਹੀਆਂ ਹਨ ਤੇ ਨਾਲ ਹੀ ਪ੍ਰੀਤੀ ਦੇ ਮੰਮੀ ਪਾਪਾ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜੀਆਂ ਪਈਆਂ ਹਨ। ਰਾਤ ਨੂੰ ਸੌਣ ਸਮੇਂ ਪ੍ਰੀਤੀ ਨੂੰ ਆਪਣੀ ਸਹੇਲੀ ਰੋਸ਼ਨੀ ਦੀ ਅੱਜ ਬਹੁਤ ਯਾਦ ਆ ਰਹੀ ਹੈ। ਉਸ ਦਾ ਪਤੀ ਇੱਕ ਦੁਰਘਟਨਾ ਵਿੱਚ ਚੱਲ ਵਸਿਆ ਤੇ ਉਸ ਦੀ 5 ਕੁ ਸਾਲਾਂ ਦੀ ਧੀ ਗੌਰੀ ਹਰ ਸਮੇਂ ਆਪਣੀ ਮਾਂ ਨੂੰ ਪੁੱਛਦੀ ਰਹਿੰਦੀ ਹੈ, ਮੰਮੀ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ। ਮੈਂ ਪਾਪਾ ਨੂੰ ਕਦੇ ਤੰਗ ਨਹੀਂ ਕਰਾਂਗੀ। ਪਾਪਾ ਆਪਣੀਆਂ ਖਬਰਾਂ ਸੁਣ ਲਿਆ ਕਰਨ, ਕਦੇ ਨਹੀਂ ਕਹਾਂਗੇ ਕਿ ਪਾਪਾ ਕਾਰਟੂਨ ਲਾ ਦਿਓ। ਰੋਸ਼ਨੀ ਆਪਣੀ ਧੀ ਗੌਰੀ ਦੀਆਂ ਗੱਲਾਂ ਦੱਸਦੀ ਭੁੱਬਾ ਮਾਰ ਕੇ ਰੋਂਦੀ। ਉਹ ਪ੍ਰੀਤੀ ਨੂੰ ਸਮਝਾਉਂਦੀ ਹੈ, ਮੇਰੀ ਧੀ ਦੇ ਪਿਤਾ ਤਾਂ ਮੌਤ ਨੇ ਉਸ ਤੋਂ ਖੋਹ ਲਏ, ਤੂੰ ਜਿਉਂਦਿਆਂ ਜੀ ਆਪਣੀ ਧੀ ਤੋਂ ਉਸ ਦੇ ਪਿਤਾ ਨੂੰ ਵੱਖ ਨਾ ਕਰ। ਮੇਰੀ ਧੀ ਰੋਜ਼ ਰਾਤ ਨੂੰ ਆਪਣੇ ਪਾਪਾ ਨੂੰ ਯਾਦ ਕਰਕੇ ਸੌਂਦੀ ਹੈ ਤੇ ਕਈ ਵਾਰ ਤਾਂ ਅੱਧੀ ਰਾਤ ਉਹਨਾਂ ਨੂੰ ਆਵਾਜ਼ਾਂ ਮਾਰ ਕੇ ਉੱਠ ਬਹਿੰਦੀ ਹੈ। ਰੋਸ਼ਨੀ ਦੀਆਂ ਗੱਲਾਂ ਸੁਣ ਪ੍ਰੀਤੀ ਗੁੱਡੂ ਬਾਰੇ ਸੋਚਦੀ ਹੈ ਕਿ ਉਸ ਨੂੰ ਵੀ ਆਪਣੇ ਪਾਪਾ ਦੀ ਯਾਦ ਆਉਂਦੀ ਹੀ ਹੋਵੇਗੀ। ਅੱਜ ਗੁੱਡੂ ਦੀ ਐਡੀ ਵੱਡੀ ਗੱਲ ਨੇ ਪ੍ਰੀਤੀ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਉਸ ਦੇ ਮਨ ਅੰਦਰ ਝੱਖੜ ਹੀ ਝੱਖੜ ਝੁੱਲ ਰਹੇ ਹਨ। ਉਹ ਕੁਝ ਵੀ ਸਮਝ ਨਹੀਂ ਪਾ ਰਹੀ। ਉਸ ਦੀ ਸੌਣ ਦੀ ਕੋਸ਼ਿਸ਼ ਹੀ ਬਣ ਕੇ ਰਹਿ ਜਾਂਦੀ ਹੈ। ਫਿਰ ਪਤਾ ਨਹੀਂ ਕਦੋਂ ਅੱਧੀ ਰਾਤ ਨੂੰ ਉਸ ਦੀ ਅੱਖ ਲੱਗ ਜਾਂਦੀ ਹੈ। ਉਹ ਸੁਪਨੇ ਵਿੱਚ ਵਾਰ-ਵਾਰ ਆਪਣੇ ਪੈਰਾਂ ਵੱਲ ਵੇਖ ਰਹੀ ਹੈ। ਉਸ ਦੇ ਪੈਰਾਂ ਵਿੱਚ ਬੇੜੀਆਂ ਨਹੀਂ ਹਨ, ਪਰ ਉਹ ਆਜ਼ਾਦ ਵੀ ਨਹੀਂ। ਪਰ ਇਹ ਕੀ, ਉਸ ਦੇ ਪੈਰ ਬਹੁਤ ਭਾਰੀ ਹਨ, ਜਿਵੇਂ ਕਿਸੇ ਚੀਜ਼ ਨੇ ਕੱਸ ਕੇ ਜਕੜੇ ਹੋਏ ਹੋਣ, ਜਿਵੇਂ ਮਿੱਟੀ ਵਿੱਚ ਪੂਰੀ ਤਰ੍ਹਾਂ ਧਸ ਚੁੱਕੇ ਹੋਣ। ਉਸ ਦੇ ਪੈਰ ਹਿਲ ਨਹੀਂ ਰਹੇ। ਉਸ ਦੇ ਕੰਨਾਂ ਵਿੱਚ ਤਰ੍ਹਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਇੱਕ ਆਵਾਜ਼ ਉਸ ਦੀ ਧੀ ਗੁੱਡੂ ਦੀ ਹੈ, ਮੰਮੀ ਘਰ ਚੱਲੋ, ਘਰ ਦੀ ਬਹੁਤ ਯਾਦ ਆ ਰਹੀ ਹੈ, ਮੈਂ ਪਾਪਾ ਕੋਲ ਜਾਣਾ ਹੈ। ਇੱਕ ਆਵਾਜ਼ ਉਸ ਦੇ ਪਿਤਾ ਦੀ ਹੈ ਜੋ ਕਹਿ ਰਹੀ ਹੈ, ਚੱਲ ਪ੍ਰੀਤੀ ਤੈਨੂੰ ਤੇਰੇ ਘਰ ਛੱਡ ਆਵਾਂ। ਉਸ ਦੀ ਮਾਂ ਦੀ ਆਵਾਜ਼, ਧੀਆਂ ਦੀ ਪੇਕੇ ਘਰ ਵਿੱਚ ਵੁਕਤ ਵੀ ਸਹੁਰੇ ਘਰ ਰਹਿਣ ਵਾਲੀ ਹੈ। ਉਸ ਦੀ ਦਾਦੀ ਦੀ ਆਵਾਜ਼, ਪੇਕਿਆਂ ਘਰ ਬੈਠੀਆਂ ਧੀਆਂ ਮਾਂ-ਬਾਪ ਦੇ ਕਾਲਜੇ ਤੇ ਪੱਥਰ ਵਾਂਗ ਹੁੰਦੀਆਂ, ਜਿਨ੍ਹਾਂ ਦਾ ਭਾਰ ਸਹਾਰਨਾ ਮਾਪਿਆਂ ਲਈ ਮਰਨ ਵਾਲਾ ਵੀ ਬਹੁਤ ਔਖਾ ਹੈ। ਉਹ ਪੱਥਰ ਹਰ ਵੇਲੇ ਮਾਪਿਆਂ ਦੇ ਕਾਲਜੇ ਨੂੰ ਜ਼ਖਮੀ ਕਰਦਾ ਰਹਿੰਦਾ ਤੇ ਜ਼ਖਮ ਅੰਦਰ ਹੀ ਰਿਸਦੇ ਰਹਿੰਦੇ ਨੇ। ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਗੁੰਮ ਹੋ ਕੇ ਰਹਿ ਜਾਂਦੇ ਨੇ। ਕਦੇ ਰੋਸ਼ਨੀ ਦੀ ਆਵਾਜ਼, ਪ੍ਰੀਤੀ ਤੈਨੂੰ ਕੋਈ ਹੱਕ ਨਹੀਂ ਆਪਣੀ ਧੀ ਤੋਂ ਉਸਦੇ ਪਿਓ ਦਾ ਪਿਆਰ ਖੋਹਣ ਦਾ। ਕੰਨਾਂ ਤੇ ਹੱਥ ਧਰ ਉਹ ਉੱਚੀ ਚੀਖਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਕੀ, ਉਸਦੇ ਸੰਗ ਵਿੱਚੋਂ ਆਵਾਜ਼ ਕਿਧਰੇ ਗੁੰਮ ਹੋ ਗਈ ਲੱਗਦੀ ਹੈ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕੁਝ ਵੀ ਬੋਲਣ ਤੋਂ ਅਸਮਰੱਥ ਹੈ। ਹੁਣ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਜਿਵੇਂ ਉਸਦਾ ਸਰੀਰ ਸੰਸਕਾਰਾਂ ਦੀਆਂ ਰੱਸੀਆਂ ਨਾਲ ਨੂੜਿਆ ਪਿਆ ਤੇ ਉਹ ਇੱਕ ਮੂਰਤੀ ਵਾਂਗ ਹੀ ਖੜੀ ਹੈ, ਜਿਸ ਦੀਆਂ ਅੱਖਾਂ ਚਾਰ ਚਫੇਰੇ ਘੁੰਮ ਰਹੀਆਂ ਹਨ। ਉਹ ਹਰੇਕ ਚਿਹਰੇ ਨੂੰ ਅੱਖਾਂ ਰਾਹੀਂ ਟੋਹ ਰਹੀ ਹੈ ਤੇ ਸਵਾਲ ਕਰ ਰਹੀ ਹੈ ਕਿ ਕੀ ਨੇ ਉਸ ਦੀਆਂ ਖੁਦ ਦੀਆਂ ਇਛਾਵਾਂ। ਅੱਜ ਉਸ ਨੂੰ ਮਾਸ ਤੇ ਹੱਡੀਆਂ ਦੀ ਜਿਉਂਦੀ ਜਾਗਦੀ ਮੂਰਤ ਤੋਂ ਇਲਾਵਾ ਆਪਣਾ ਵਜੂਦ ਵੀ ਪਰਾਇਆ ਹੀ ਲੱਗ ਰਿਹਾ। ਉਹ ਇੱਕਦਮ ਉੱਠਦੀ ਹੈ। ਉਸ ਦੀਆਂ ਅੱਖਾਂ ਚੋਂ ਵਗਦੇ ਹੰਝੂਆਂ ਦੀ ਧਾਰ ਨਾਲ ਉਸ ਦੇ ਸਿਰ ਥੱਲੇ ਰੱਖਿਆ ਸਰਾਣਾ ਗਿੱਲਾ ਹੋਇਆ ਪਿਆ ਹੈ। ਉਹ ਪਸੀਨੋ ਪਸੀਨਾ ਹੋਈ ਪਈ ਹੈ। ਆਪਣੇ ਕੋਲ ਪਿਆ ਪਾਣੀ ਦਾ ਗਲਾਸ ਉਹ ਇੱਕ ਘੁੱਟ ਵਿੱਚ ਹੀ ਪੀ ਗਈ। ਅੱਜ ਉਸ ਦੀ ਧੀ ਗੁੱਡੂ ਆਪਣੀ ਮਾਸੀ ਨਾਲ ਸੁੱਤੀ ਸੀ ਤੇ ਪ੍ਰੀਤੀ ਆਪਣੀ ਮਾਂ ਨਾਲ।
ਪ੍ਰੀਤੀ ਬੈੱਡ ਤੇ ਪਈ ਤਾਂ ਸੁੱਤੀ ਹੋਣ ਕਾਰਨ ਗੁੱਡੂ ਦੇ ਭੁਲੇਖੇ ਪਿਆਰ ਨਾਲ ਆਪਣੀ ਮਾਂ ਨੂੰ ਥਾਪੜਨ ਤੇ ਲੋਰੀਆਂ ਸੁਣਾਉਣ ਲੱਗੀ। ਮਮਤਾ ਵੀ ਕੀ ਚੀਜ਼ ਹੈ। ਸੁੱਤਿਆਂ ਜਾਗਦਿਆਂ ਇੱਕ ਮਾਂ ਆਪਣੇ ਕਲੇਜੇ ਦੇ ਟੁਕੜਿਆਂ ਬਾਰੇ ਹੀ ਫਿਕਰਮੰਦ ਰਹਿੰਦੀ ਹੈ, ਭਾਵੇਂ ਉਹ ਬੱਚਾ ਨੇੜੇ ਹੋਵੇ ਜਾਂ ਦੂਰ। ਮਾਂ ਦਾ ਦਿਲ ਉਸ ਲਈ ਹਮੇਸ਼ਾ ਤੜਫਦਾ ਰਹਿੰਦਾ ਹੈ। ਸੌਂਦੇ ਜਾਗਦੇ ਮਾਂ ਦੇ ਮੂੰਹੋਂ ਆਪਣੇ ਬੱਚੇ ਲਈ ਹਮੇਸ਼ਾ ਦੁਆਵਾਂ ਹੀ ਨਿਕਲਦੀਆਂ ਹਨ। ਪ੍ਰੀਤੀ ਵੀ ਆਪਣੀ ਧੀ ਦੇ ਭੁਲੇਖੇ ਆਪਣੀ ਮਾਂ ਨੂੰ ਲੜਾ ਰਹੀ ਹੈ। ਅਚਾਨਕ ਉਹ ਤੜਪ ਕੇ ਉੱਠਦੀ ਹੈ, ਕਿਉਂਕਿ ਉਸਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਉਸਦੀ ਧੀ ਦੀ ਥਾਂ ਉਸਦੀ ਮਾਂ ਪਈ ਹੈ। ਫਿਰ ਪ੍ਰੀਤੀ ਸੋਚਣ ਲੱਗੀ, ਹਾਏ ਰੱਬਾ, ਜੇ ਕਦੇ ਮੇਰੀ ਧੀ ਮੈਥੋਂ ਦੂਰ ਹੋ ਗਈ ਤਾਂ ਮੈਂ ਕੀ ਕਰਾਂਗੀ। ਉਸਦੇ ਦੂਰ ਹੋਣ ਦੇ ਨਾਂ ਤੋਂ ਹੀ ਉਹ ਕੰਬ ਉੱਠਦੀ। ਉਹ ਫਿਰ ਸੋਚਦੀ ਹੈ ਕਿ ਜੇਕਰ ਸੋਨੂ ਨੇ ਤਲਾਕ ਲੈਣ ਦੀ ਸ਼ਰਤ ਗੁੱਡੂ ਦੀ ਮੰਗ ਤੇ ਖੜੀ ਕਰ ਦਿੱਤੀ ਤਾਂ ਕਿਵੇਂ ਜੀਵੇਗੀ ਆਪਣੀ ਬੱਚੀ ਤੋਂ ਬਿਨਾਂ। ਫਿਰ ਉਸਦੀਆਂ ਨਜ਼ਰਾਂ ਆਪਣੀ ਮਾਸੂਮ ਧੀ ਦੇ ਚਿਹਰੇ ਤੇ ਟਿਕ ਗਈਆਂ। ਉਸਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਦਿਨ ਚੜ੍ਹਾ ਹੈ। ਹੁਣ ਉਹ ਟਿਕਟਿਕੀ ਲਗਾ ਗੂੜੀ ਨੀਂਦਰ ਸੁੱਤੀ ਆਪਣੀ ਧੀ ਵੱਲ ਵੇਖੀ ਜਾ ਰਹੀ ਹੈ। ਅਚਾਨਕ ਉਸਦੀ ਧੀ ਦੇ ਬੋਲ ਉਸਦੇ ਕੰਨਾਂ ਵਿੱਚ ਪਏ, ਪਾਪਾ ਪਾਪਾ। ਇਹਨਾਂ ਦੋ ਸ਼ਬਦਾਂ ਕਾਰਨ ਉਸਦੇ ਅੰਦਰ ਭਰੇ ਗੁਬਾਰ ਨੇ ਫਿਰ ਉਛਾਲਾ ਮਾਰਿਆ। ਉਹ ਆਪਣੇ ਪਿਤਾ ਦੇ ਗਲ ਲੱਗ ਕੇ ਰੋ ਪਈ ਤੇ ਆਖਣ ਲੱਗੀ, ਡੈਡੀ ਜੀ, ਮੈਨੂੰ ਘਰ ਛੱਡ ਆਓ। ਪ੍ਰੀਤੀ ਆਪਣਾ ਸਮਾਨ ਪੈਕ ਕਰਨ ਲੱਗੀ। ਉਹ ਸੋਚ ਰਹੀ ਸੀ ਕਿ ਇੱਕ ਧੀ ਕਿੰਨੇ ਰਿਸ਼ਤਿਆਂ ਨਾਲ ਬੰਨੀ ਹੁੰਦੀ ਹੈ ਤੇ ਉਹਨਾਂ ਸਾਰੇ ਰਿਸ਼ਤਿਆਂ ਨੂੰ ਤਨੋਂ ਮਨੋਂ ਨਿਭਾਉਂਦਿਆਂ ਵੀ ਆਪ ਕਿੰਨੀ ਅਧੂਰੀ ਰਹਿ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਆਏ ਖਲਾਅ ਨੂੰ ਭਰਨ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੀ। ਇਸ ਖਲਾਅ, ਇਸ ਅਧੂਰੇਪਨ ਨਾਲ ਜੂਝਣਾ ਸਾਰੀ ਉਮਰ ਹੀ ਬਰਕਰਾਰ ਰਹਿੰਦਾ ਹੈ। ਉਹ ਆਪਣੇ ਆਪ ਵਿੱਚੋਂ ਆਪਣਾ ਆਪ ਵੀ ਕਦੇ ਖੋਜ ਨਹੀਂ ਸਕਦੀ। ਖੋਜ ਸਕਦੀ ਹੈ ਤਾਂ ਸਿਰਫ ਤੇ ਸਿਰਫ ਰਿਸ਼ਤਿਆਂ ਦੀਆਂ ਗੰਢਾਂ। ਅਚਾਨਕ ਗੁੱਡੂ ਨੀਂਦ ਤੋਂ ਜਾਗੀ ਤੇ ਪ੍ਰੀਤੀ ਨੂੰ ਬੈਗ ਪੈਕ ਕਰਦਿਆਂ ਪੁੱਛਣ ਲੱਗੀ, ਮੰਮੀ, ਅੱਜ ਆਪਾਂ ਕਿਤੇ ਜਾ ਰਹੇ ਹਾਂ? ਹਾਂ ਬੇਟਾ, ਆਪਣੇ ਘਰ। ਇਹ ਸੁਣ ਕੇ ਗੁੱਡੂ ਖੁਸ਼ੀ ਵਿੱਚ ਟੱਪਣ ਲੱਗੀ। ਪ੍ਰੀਤੀ ਗੁੱਡੂ ਦਾ ਚਾਅ ਵੇਖ ਕੇ ਆਪਣੇ ਪਤੀ ਨਾਲ ਸਾਰੇ ਰੁੱਸੇ ਭੁੱਲ ਗਈ। ਹੁਣ ਉਹ ਸਿਰਫ ਤੇ ਸਿਰਫ ਆਪਣੀ ਧੀ ਦਾ ਚਿਹਰਾ ਵੇਖ ਰਹੀ ਹੈ, ਜੋ ਖੁਸ਼ੀ ਵਿੱਚ ਇੰਜ ਚਹਿਕ ਰਿਹਾ ਹੈ ਜਿਵੇਂ ਕੋਈ ਚਿੜੀ ਆਜ਼ਾਦ ਹਵਾ ਵਿੱਚ ਉਡਾਰੀ ਭਰਨ ਲੱਗੀ ਹੋਵੇ। ਉਹ ਅੱਜ ਬਹੁਤ ਦਿਨਾਂ ਬਾਅਦ ਇੰਨੀ ਖੁਸ਼ ਹੈ। ਪ੍ਰੀਤੀ ਬੈਗ ਪੈਕ ਕਰਦੀ ਕਰਦੀ ਕੁਝ ਸੋਚਣ ਲੱਗੀ। ਅਚਾਨਕ ਉਸਦੇ ਅੰਦਰੋਂ ਕੋਈ ਆਵਾਜ਼ ਉੱਠਦੀ ਹੈ, ਪ੍ਰੀਤੀ, ਤੂੰ ਇੰਨੀ ਕਮਜ਼ੋਰ? ਆਈ ਤਾਂ ਬੜੇ ਨਖਰੇ ਨਾਲ ਸੀ, ਕਿਉਂ ਆ ਗਈ ਅਕਲ ਟਿਕਾਣੇ? ਵੰਡ ਦੇਣਗੇ ਤੈਨੂੰ ਹੁਣ ਉਸ ਘਰ 'ਚ। ਤੇਰੇ ਪਾਪਾ ਵੀ ਨਾਲ ਜਾ ਰਹੇ ਨੇ। ਪਤਾ ਤਾਂ ਨਹੀਂ ਅਗਲਿਆਂ ਨੇ ਕੀ ਕੀ ਕਹਿਣਾ। ਕੀ ਰਹਿ ਜੂ ਤੇਰੇ ਪਿਓ ਦੀ? ਨਹੀਂ, ਉਹ ਮੇਰਾ ਘਰ ਹੈ, ਮੇਰਾ। ਵਿਆਹ ਕੇ ਗਈ ਸੀ ਮੈਂ ਉੱਥੇ। ਮੇਰਾ ਪੂਰਾ ਹੱਕ ਹੈ ਉਸ ਘਰ ਤੇ। ਇੰਨੀ ਆਸਾਨੀ ਨਾਲ ਆਪਣਾ ਹੱਕ ਕਿਵੇਂ ਛੱਡ ਦੇਵਾਂ? ਆਪਣੇ ਪੇਕੇ ਘਰ ਆਉਣ ਦਾ ਫੈਸਲਾ ਵੀ ਮੇਰਾ ਸੀ ਤੇ ਆਪਣੇ ਘਰ ਵਾਪਸ ਜਾਣ ਦਾ ਫੈਸਲਾ ਵੀ ਮੇਰਾ ਹੀ ਹੋਵੇਗਾ। ਮੈਂ ਕਮਜ਼ੋਰ ਨਹੀਂ ਹਾਂ। ਜੇ ਮੈਂ ਅੱਜ ਕਮਜ਼ੋਰ ਪੈ ਗਈ ਤਾਂ ਕੱਲ ਨੂੰ ਮੇਰੀ ਧੀ ਮੇਰੇ ਬਾਰੇ ਕੀ ਸੋਚੇਗੀ? ਮੈਂ ਉਸ ਘਰ ਵਿੱਚ ਵਾਪਸ ਜਾਵਾਂਗੀ, ਪਰ ਮੈਂ ਜ਼ੁਲਮ ਸਾਹਮਣੇ ਨਹੀਂ ਝੁਕਾਂਗੀ। ਸਾਹਮਣਾ ਕਰਾਂਗੀ ਹਾਲਾਤ ਦਾ, ਸੰਘਰਸ਼ ਕਰਾਂਗੀ ਆਪਣੇ ਹੱਕਾਂ ਲਈ। ਆਪਣੀ ਧੀ ਨੂੰ ਦੱਸਾਂਗੀ ਕਿ ਆਪਣੇ ਲਈ ਆਪਣਿਆਂ ਨਾਲ ਵੀ ਲੜਨਾ ਪੈਂਦਾ ਹੈ। ਮੈਂ ਉਸ ਨੂੰ ਚੁੱਪ ਰਹਿ ਕੇ ਜ਼ਿੰਦਗੀ ਹੰਡਾਉਣੀ ਨਹੀਂ ਸਿਖਾਉਣੀ। ਮੈਂ ਸਿਰ ਨੀਵਾਂ ਕਰਕੇ ਨਹੀਂ, ਆਤਮ ਵਿਸ਼ਵਾਸ ਨਾਲ ਜੀਵਾਂਗੀ ਤੇ ਆਪਣੀ ਧੀ ਨੂੰ ਵੀ ਜਿਉਣਾ ਸਿਖਾਵਾਂਗੀ।